प्यारे वीरो, जय भीम, जय भारत, नमो बुद्धा। ਅਸੀਂ ਜਿਸ ਮੁਹਿੰਮ ਲਈ ਤਿਆਰੀ ਕਰ ਰਹੇ ਹਾਂ ਔਰ ਜਿਸ ਮੁਹਿੰਮ ਲਈ ਦੇਸ਼ ਵਿਦੇਸ਼ 'ਚ ਪੰਜਾਬ 'ਚ ਬੈਠੇ ਸਾਡੇ ਛੋਟੇ ਵੱਡੇ ਵੀਰ ਆਪਣੀ ਬਣਦੀ ਤਾਕਤ ਲਾ ਕੇ ਸਮਾਜ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕੋਈ ਸ਼ੱਕ ਨਹੀਂ ਕਿ ਉਹਨਾਂ ਦਾ ਇਹ ਕੰਮ ਸਮਾਜ ਦੇ ਕੰਮ ਆਏਗਾ, ਕਿਉਂਕਿ ਕਰਮ ਦਾ ਇੱਕ ਸਿਧਾਂਤ ਹੈ ਕਿ ਜੋ ਬੀਜਾਂਗੇ ਉਹ ਕੱਟਾਂਗੇ ਜ਼ਰੂਰ। ਮਿੱਠਾ ਬੀਜਾਂਗੇ ਤਾਂ ਮਿੱਠਾ ਫਲ ਲੱਗੇਗਾ, ਕੌੜਾ ਬੀਜਾਂਗੇ, ਮਾੜਾ ਬੀਜਾਂਗੇ ਤਾਂ ਮਾੜਾ ਫਲ ਲੱਗੇਗਾ। ਔਰ ਫਲ ਕੋਈ ਜ਼ਰੂਰੀ ਨਹੀਂ ਹੈ ਕਿ ਤੁਰੰਤ ਲੱਗੇ। ਜਿੰਨਾ ਚਿਰ ਹਾਲਾਤ ਨਹੀਂ ਬਣਦੇ, ਮੌਸਮ ਨਹੀਂ ਬਣਦਾ, ਰੁੱਤ ਨਹੀਂ ਆਉਂਦੀ ਔਰ ਮੌਸਮ ਅਨੁਕੂਲ ਨਹੀਂ ਹੁੰਦਾ, ਤਦ ਤੱਕ ਫਲ ਨਹੀਂ ਲੱਗਦਾ। ਕੁਝ ਫਲ ਰਾਤ ਨੂੰ ਬੀਜਿਆ ਸਵੇਰ ਨੂੰ ਉੱਗ ਆਉਂਦੇ ਆ ਔਰ ਕੁਝ ਫਲ ਐਸੇ ਹੁੰਦੇ ਆ ਜਿਹੜੇ ਦਹਾਕਿਆਂ ਤੱਕ ਸਾਨੂੰ ਉਡੀਕ ਕਰਨੀ ਪੈਂਦੀ ਹੈ। ਕੁਝ ਫਲ 2-4 ਦਿਨ, 5-10 ਦਿਨ ਬਾਅਦ ਲੱਗਣੇ ਸ਼ੁਰੂ ਹੁੰਦੇ ਆ ਜਾਂ ਉੱਗਣੇ ਸ਼ੁਰੂ ਹੁੰਦੇ ਆ। ਇਹ ਕੁਦਰਤ ਦਾ ਇੱਕ ਸਿਧਾਂਤ ਹੈ, ਜੀਵਨ ਦਾ ਵੀ ਇਹੀ ਸਿਧਾਂਤ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਾਨੂੰ 35, 40, 45 ਸਾਲ ਇਸੇ ਤਰ੍ਹਾਂ ਸਮਾਜ ਦੇ ਵਿੱਚ ਵਿਚਰਦੇ ਹਾਂ ਲੰਘ ਗਏ ਹਨ ਜਾਂ ਲਗਾ ਦਿੱਤੇ ਹਨ ਜਾਂ ਲਗਾ ਦਿੱਤੇ ਗਏ ਹਨ, ਤਾਂ ਇਸ ਦਾ ਮਤਲਬ ਇਹ ਹੈ ਕਿ ਅਸੀਂ ਉਸ ਦਾ ਸਹੀ ਫਲ ਉਡੀਕਦੇ ਇੱਥੋਂ ਤੱਕ ਪਹੁੰਚੇ ਹਾਂ। ਇਹ ਅਤਿਆਚਾਰ ਜਿਹੜੇ ਅਸੀਂ ਦੇਖ ਰਹੇ ਹਾਂ, ਰੋਜ਼ ਵੇਖ ਰਹੇ ਹਾਂ ਔਰ ਰੋਜ਼ ਸੁਣ ਰਹੇ ਹਾਂ, ਇਹ ਕੋਈ ਸਾਡੇ ਵਾਸਤੇ ਨਵੀਂ ਕਹਾਣੀ ਨਹੀਂ। ਜਿਨ੍ਹਾਂ ਦਾ ਵਿਦੇਸ਼ੀਆਂ ਨੇ ਆ ਕੇ ਦੇਸ਼ ਲੁੱਟ ਲਿਆ, ਜਿਨ੍ਹਾਂ ਦਾ ਵਿਦੇਸ਼ੀਆਂ ਨੇ ਆ ਕੇ ਧਨ ਦੌਲਤ ਲੁੱਟ ਲਈ, ਜ਼ਮੀਨ ਲੁੱਟ ਲਈ, ਮਾਣ ਸਨਮਾਨ ਲੁੱਟ ਲਿਆ, ਉਹਨਾਂ ਦਾ ਕਿਹੜਾ ਅਤਿਆਚਾਰ ਹੈ ਜਿਹੜਾ ਉਸ ਤੋਂ ਵੱਡਾ ਹੈ? ਜਿਨ੍ਹਾਂ ਦੇ ਅਧਿਕਾਰ ਪੂਰੀ ਤਰ੍ਹਾਂ ਖਤਮ ਕਰ ਦਿੱਤੇ ਗਏ ਔਰ ਜਿਨ੍ਹਾਂ ਨੂੰ ਜਿਉਣ ਦਾ ਕੀ ਮਰਨ ਦਾ ਵੀ ਸਹੀ ਅਧਿਕਾਰ ਨਹੀਂ ਹੈ, ਉਸ ਬੰਦੇ ਤੇ ਇਸ ਤੋਂ ਭਿਆਨਕ ਅਤਿਆਚਾਰ ਕੀ ਹੋ ਸਕਦਾ ਹੈ? ਅਸੀਂ ਸਮਝਦੇ ਹਾਂ ਕਿ ਮਾਰ ਕੁੱਟ ਹੋ ਗਈ, ਬਲਾਤਕਾਰ ਹੋ ਗਿਆ, ਸਾੜ ਫੂਕ ਹੋ ਗਈ, ਲੱਤਾਂ ਬਾਹਾਂ ਟੁੱਟ ਗਈਆਂ। ਅਸੀਂ ਸਿਰਫ ਅਤਿਆਚਾਰਾਂ ਦੀ ਵਿਆਖਿਆ ਇੰਨੀ ਹੀ ਕਰਦੇ ਹਾਂ, ਪਰ ਜਦੋਂ ਅਸੀਂ ਅਤਿਆਚਾਰਾਂ ਦੀ ਤਹਿ ਤੱਕ ਜਾਂਦੇ ਹਾਂ ਤਾਂ ਬਹੁਤ ਭਿਆਨਕ ਹੈ। ਮੈਂ ਹੁਣੇ ਖਬਰ ਪੜ੍ਹ ਰਿਹਾ ਸੀ, ਜਿਹੜੀ ਤੁਸੀਂ ਵੀ ਪੜ੍ਹੀ ਹੈ ਪਿਛਲੇ 24 ਘੰਟਿਆਂ 'ਚ, ਕਿ ਦੇਸ਼ ਦੀ ਹਿੰਦੂ ਸਰਕਾਰ ਨੇ ਵੱਡੇ ਵੱਡੇ ਰੇਲਵੇ ਸਟੇਸ਼ਨ ਜਿਹੜੇ ਆ ਉਹ ਵੇਚਦੇ ਆ ਔਰ ਅਸੀਂ ਬੇਸ਼ਰਮ ਸਮਾਜ ਦੇ ਲੋਕ ਜਾਂ ਪੜ੍ਹੇ ਲਿਖੇ ਵੀ ਜਿਹੜੇ ਮਹਾਂ ਢੀਠ ਹੋ ਗਏ ਆ,
ਉਹ ਇਹ ਨਹੀਂ ਸਮਝ ਸਕੇ ਕਿ ਰੇਲਵੇ ਦੇ ਵੇਚਣ ਦਾ ਅਰਥ ਕੀ ਹੈ। ਭਾਰਤੀ ਸੰਵਿਧਾਨ ਤੁਹਾਨੂੰ ਸਰਕਾਰੀ ਤੰਤਰ ਵਿੱਚ ਹਿੱਸੇਦਾਰੀ ਦਿੰਦਾ ਹੈ। ਇਹ ਹਿੱਸੇਦਾਰੀ ਤਦ ਕਾਇਮ ਰਹਿੰਦੀ ਹੈ ਜਦੋਂ ਪਬਲਿਕ ਸੈਕਟਰ ਕਾਇਮ ਰਹਿੰਦਾ ਹੈ। ਸਭ ਤੋਂ ਵੱਡਾ ਪਬਲਿਕ ਸੈਕਟਰ ਭਾਰਤ ਦਾ ਰੇਲਵੇ ਹੈ। ਅਗਰ ਰੇਲਵੇ ਕਾਇਮ ਰਹਿੰਦਾ ਹੈ ਤਾਂ ਸਾਡੀ ਹਿੱਸੇਦਾਰੀ ਬਣੀ ਰਹਿੰਦੀ ਹੈ, ਔਰ ਜਦ ਇਹ ਵਿਕ ਜਾਏਗਾ ਤਾਂ ਸਾਡੀ ਹਿੱਸੇਦਾਰੀ ਆਪਣੇ ਆਪ ਖਤਮ ਹੋ ਜਾਏਗੀ। ਹਿੰਦੂ ਇਹ ਜਾਣਦਾ ਹੈ, ਔਰ ਅਸੀਂ ਉਹਦੀ ਪੂਛ ਫੜ ਕੇ, ਉਹਦੀ ਗਾਂ ਦੀ ਪੂਛ ਫੜ ਕੇ ਜਾਂ ਉਹਦੀ ਗਾਂ ਦਾ ਪਿਸ਼ਾਬ ਪੀ ਕੇ ਜਿਉਣ ਵਾਲੇ ਲੋਕ ਇਸ ਸੱਚਾਈ ਨੂੰ ਨਹੀਂ ਸਮਝ ਸਕਦੇ ਕਿ ਅਤਿਆਚਾਰ ਦਾ ਇੱਕ ਹੋਰ ਘਿਨਾਉਣਾ ਰੂਪ ਇਹ ਹੈ ਕਿ ਸਰਕਾਰੀ ਤੰਤਰ ਦੀ ਵਿੱਦਿਆ ਫੇਲ ਕਰਨ ਤੇ ਹਿੰਦੂ ਸਰਕਾਰਾਂ ਨੇ 30 ਸਾਲ ਲਾਤੇ। 30 ਸਾਲ ਤੋਂ ਮੈਂ ਵੇਖ ਰਿਹਾ, ਖਾਸ ਕਰਕੇ 80-82 ਤੋਂ ਬਾਅਦ ਇਹਨਾਂ ਨੇ ਸਰਕਾਰੀ ਤੰਤਰ ਦੀ ਵਿੱਦਿਆ ਜਿਹੜੀ ਉਹਨੂੰ ਧੋਣਾ ਸ਼ੁਰੂ ਕੀਤਾ। 85 ਦੇ ਵਿੱਚ ਇਹਨਾਂ ਨੇ ਅਮਲ ਚ ਲਿਆਂਦੀ ਇਹ ਸਾਰੀ ਚੀਜ਼, ਔਰ ਫਿਰ ਇਹਨਾਂ ਨੇ ਨਿੱਜੀਕਰਨ ਕੀਤਾ। ਫਿਰ ਇਹਨਾਂ ਨੇ ਰਾਈਟ ਟੂ ਐਜੂਕੇਸ਼ਨ ਲਿਆਂਦਾ, ਸਰਵ ਸਿੱਖਿਆ ਅਭਿਆਨ ਲਿਆਂਦੀ, ਔਰ ਟੀਚਰਾਂ ਨੂੰ ਹੋਰ ਧੰਦਿਆਂ ਵਿੱਚ ਲਾ ਕੇ ਸਕੂਲੋਂ ਬਾਹਰ ਕੱਢਿਆ। ਇਹ ਬਹੁਤ ਭਿਆਨਕ ਅਤਿਆਚਾਰ ਹੈ। ਕਿਸੇ ਦੀ ਲੱਤ ਬਾਹ ਤੋੜ ਦੇਣਾ, ਅੱਗ ਲਾ ਦੇਣੀ, ਉਹਨੂੰ ਜਿਉਂਦੇ ਜਲਾ ਦੇਣਾ, ਮੈਂ ਸਮਝਦਾ ਐਡਾ ਵੱਡਾ ਅਤਿਆਚਾਰ ਨਹੀਂ ਹੈ ਜਿੱਡਾ ਵੱਡਾ ਅਤਿਆਚਾਰ ਪਬਲਿਕ ਸੈਕਟਰ ਨੂੰ ਵੇਚ ਦੇਣਾ ਜਾਂ ਉਹਦੀ ਤਬਾਹੀ ਕਰ ਦੇਣੀ ਹੈ। ਮੈਂ ਹੁਣੇ ਇੱਕ ਹੋਰ ਖਬਰ ਪੜ੍ਹ ਰਿਹਾ ਸੀ ਕਿ ਭਾਰਤ ਦੀ ਅਦਾਲਤ ਨੇ ਇੱਕ ਨਵਾਂ ਫੈਸਲਾ ਦਿੱਤਾ ਹੈ ਕਿ ਸ਼ਡਿਊਲਡ ਕਾਸਟ, ਬੈਕਵਰਡ ਦੇ ਆਦਿਵਾਸੀ ਲੋਕ ਆ, ਜਿਹੜੇ ਮੂਲ ਨਿਵਾਸੀ ਲੋਕ ਹੈ, ਇਹ ਕਿਸੇ ਵੀ ਇਮਤਿਹਾਨ 'ਚ ਆਪਣੀ ਰਾਖਵੀਂ ਕੋਟੇ ਤੋਂ ਉੱਤੇ ਮੈਰਿਟ ਦਾ ਕੋਟਾ ਵੀ ਪ੍ਰਾਪਤ ਨਹੀਂ ਕਰ ਸਕਣਗੇ। ਸਾਡੀ ਸਮਝ ਇਹ ਆਉਣਾ ਚਾਹੀਦਾ ਹੈ ਕਿ ਅਤਿਆਚਾਰ ਦੇ ਕਿੰਨੇ ਖਤਰਨਾਕ ਰੂਪ ਹੋਰ ਵੀ ਹੈ। ਪਿਛਲੇ ਦਿਨਾਂ 'ਚ ਮੈਂ 2 ਖਬਰਾਂ ਪੜ੍ਹੀਆਂ। ਇੱਕ ਇਹ ਕਿ 2016 ਦੇ IAS ਕੇਡਰ ਦੇ ਇਮਤਿਹਾਨ ਦੇ ਨਤੀਜੇ ਆਏ, ਔਰ ਕਰੀਬ 1050 ਵਿਅਕਤੀ ਉਹਦੇ 'ਚ ਚੁਣੇ ਗਏ, ਔਰ ਉਹਦੇ 'ਚੋਂ 60% ਜਾਣੀ 49 ਸੀਟਾਂ ਤੋਂ ਉੱਤੇ ਵੀ 10-11 ਸੀਟਾਂ ਜਿਹੜੀਆਂ ਉਹ ਆਦਿਵਾਸੀ ਲੋਕਾਂ ਨੇ, ਮੂਲ ਨਿਵਾਸੀ ਲੋਕਾਂ ਨੇ ਮੈਰਿਟ 'ਚ ਪ੍ਰਾਪਤ ਕੀਤੀਆਂ। ਜਾਣੀ ਇਹਨਾਂ ਮੈਰਿਟ ਦੇ ਲੰਬੜਦਾਰਾਂ ਦਾ ਮੁਕਾਬਲਾ ਕਰਕੇ ਔਰ ਇਹਨਾਂ ਨੂੰ ਪਿੱਛੇ ਧੱਕ ਕੇ ਖੁਦ ਸੀਟਾਂ ਪ੍ਰਾਪਤ ਕੀਤੀਆਂ। ਇਸੇ ਤਰ੍ਹਾਂ ਹਜ਼ਾਰਾਂ ITI ਇਮਤਿਹਾਨ ਦੇ ਵਿੱਚੋਂ ਜਾਣੀ 60% ਦੇ ਕਰੀਬ ITI ਦੇ ਵਿੱਚੋਂ ਮੈਰਿਟ ਸਮੇਤ ਦਲਿਤ ਬੱਚਿਆਂ ਨੇ, ਪਛੜੇ ਬੱਚਿਆਂ ਨੇ, ਆਦਿਵਾਸੀ ਬੱਚਿਆਂ ਨੇ ਆਪਣੀਆਂ ਸੀਟਾਂ ਹਾਸਲ ਕੀਤੀਆਂ। ਇਹਦਾ ਮਤਲਬ ਹੈ ਕਿ ਸਾਡੀ ਕਾਬਲੀਅਤ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਹੈ ਇਹ। ਠੱਗ ਲੋਕ, ਬੇਈਮਾਨ ਲੋਕ ਕਦੇ ਵੀ ਮੁਕਾਬਲਾ ਕਰਨ ਦੇ ਯੋਗ ਨਹੀਂ ਹੁੰਦੇ। ਜਿਨ੍ਹਾਂ ਦਾ ਜੰਮਣਾ ਮਰਨਾ ਠੱਗੀ 'ਚ ਹੋਵੇ, ਲੋਕਾਂ ਨਾਲ ਧੋਖਾ ਕਰਨਾ ਹੋਵੇ, ਬੇਈਮਾਨੀ ਕਰਨਾ ਹੋਵੇ, ਭ੍ਰਸ਼ਟਾਚਾਰ ਕਰਨਾ ਹੋਵੇ,
ਦੇਸ਼ ਦਾ ਧਨ ਲੁੱਟਣਾ ਹੋਵੇ ਔਰ ਦੇਸ਼ ਦਾ ਧਨ ਹੈ ਜਿਹੜਾ ਜਾਂ ਮੰਦਰਾਂ 'ਚ ਜ਼ਬਤ ਕਰਨਾ ਹੋਵੇ ਜਾਂ ਬਾਹਰ ਜਾ ਕੇ ਉਹਨੂੰ ਜਮ੍ਹਾਂ ਕਰਾਉਣਾ ਹੋਵੇ, ਉਹ ਲੋਕ ਮੈਰਿਟ ਵਾਲੇ ਨਹੀਂ ਕਹਾ ਸਕਦੇ। ਮੈਰਿਟ ਇਮਾਨਦਾਰ ਲੋਕਾਂ ਦੀ ਹੁੰਦੀ ਆ, ਮੈਰਿਟ ਮਿਹਨਤਕਸ਼ ਲੋਕਾਂ ਦੀ ਹੁੰਦੀ ਆ, ਠੱਗਾਂ ਦੀ ਮੈਰਿਟ ਨਹੀਂ ਹੁੰਦੀ। ਜਦੋਂ ਹੀ ਅਸੀਂ ਬਰਾਬਰ ਨਹੀਂ ਬਰਾਬਰ ਤੋਂ ਉੱਤੇ ਜਾਣ ਲੱਗੇ ਆ ਤਾਂ ਨਵੇਂ ਅਤਿਆਚਾਰ ਜਿਹੜੇ ਆ ਉਹ ਹੋਣ ਲੱਗੇ ਆ। ਸਾਡੇ ਬੱਚਿਆਂ ਨੂੰ 8ਵੀਂ ਤੱਕ ਪੂਰੇ ਦੇਸ਼ 'ਚ ਪਾਸ ਕਰਨ ਦਾ ਜਿਹੜਾ ਅਧਿਕਾਰ ਦਿੱਤਾ ਗਿਆ ਹੈ, ਇਹ ਸਾਡੀਆਂ ਜੜ੍ਹਾਂ 'ਚ ਤੇਲ ਦਿੱਤਾ ਗਿਆ ਹੈ। ਇਹ ਜੜ੍ਹਾਂ 'ਚ ਤੇਲ ਦੇਣਾ ਹੀ ਅਤਿਆਚਾਰ ਹੈ। ਜਦੋਂ ਹੀ ਬੱਚਾ 8ਵੀਂ ਤੋਂ ਬਾਅਦ 9ਵੀਂ 10ਵੀਂ ਜਾਏਗਾ, 11ਵੀਂ 12ਵੀਂ ਜਾਏਗਾ ਤਾਂ ਉਹ ਬੁਰੀ ਤਰ੍ਹਾਂ ਪਟਕ ਜਾਏਗਾ। ਉਹ ਇਹਨਾਂ ਦਾ ਕਾਬਜ਼ ਲੋਕਾਂ ਦਾ, ਠੱਗ ਲੋਕਾਂ ਦਾ ਮੁਕਾਬਲਾ ਨਹੀਂ ਕਰ ਸਕੇਗਾ। ਇਹ ਸਾਜ਼ਿਸ਼ ਜਿਹੜੀਆਂ ਸਰਕਾਰਾਂ ਅਸੀਂ ਬਣਾਉਂਦੇ ਆ, ਉਹੀ ਸਰਕਾਰਾਂ ਸਾਡੇ ਨਾਲ ਸਾਜ਼ਿਸ਼ ਕਰਦੀਆਂ ਹੈ। ਇਹ ਅਤਿਆਚਾਰ, ਇਹ ਬਹੁਤ ਭਿਆਨਕ ਅਤਿਆਚਾਰ ਹੈ। ਔਰ ਇਹ ਵੀ ਬਹੁਤ ਭਿਆਨਕ ਅਤਿਆਚਾਰ ਹੈ ਕਿ ਅਸੀਂ ਲੋਕ 100 ਕਰੋੜ ਹੁੰਦੇ ਹੋਏ ਵੀ ਠੱਗ ਲੋਕਾਂ ਦੀਆਂ ਸਰਕਾਰਾਂ ਬਣਾਉਣ 'ਚ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਆ। ਚਾਹੇ ਅਸੀਂ ਪੜ੍ਹੇ ਹੋਈਏ, ਚਾਹੇ ਅਸੀਂ ਅਨਪੜ੍ਹ ਹੋਈਏ, ਚਾਹੇ ਅਸੀਂ ਨੇਤਾ ਬਣੇ ਹੋਈਏ ਜਾਂ ਅਸੀਂ ਅਫਸਰਸ਼ਾਹੀ ਦੇ ਵਿੱਚ ਬਾਬੂਸ਼ਾਹੀ 'ਚ ਸ਼ਾਮਲ ਹੋ ਗਏ ਹੋਈਏ, ਸਾਡਾ ਪੂਰਾ ਜ਼ੋਰ ਲੱਗ ਜਾਂਦਾ ਹੈ ਇਹਨਾਂ ਦੀਆਂ ਸਰਕਾਰਾਂ ਬਣਾਉਣ ਵਾਸਤੇ। ਇਹ ਵੀ ਤਾਂ ਅਤਿਆਚਾਰ ਹੈ। ਮੈਂ ਕੁਝ ਉਦਾਹਰਨਾਂ ਤੁਹਾਡੇ ਸਾਹਮਣੇ ਰੱਖੀਆਂ ਤਾਂ ਕਿ ਤੁਸੀਂ ਅਤਿਆਚਾਰਾਂ ਦੇ ਰੂਪ ਸਮਝ ਸਕੋ। ਇਹਦਾ ਇੱਕ ਹੋਰ ਨਮੂਨਾ ਦੇਖੋ कि शिव सेना है, राम सेना है, बजरंग दल है, परशुराम सेना है, बजरंग ब्रिगेड है, हनुमान सेना है, दुर्गा वानी है, मुक्ति वानी है। ये हिंदुओं के संगठन है। इन्हों इस देश का कानून मानता दिंदा, जवानी कलम भी मानता दिंदा, अदालत च भी मानता, पुलिस च भी मानता, सरकार च भी मानता। पर जदों ही दबे कुचले लोग भीम सेना बना लैन तो उन्होंने जानी उन्होंने देशद्रोही के तौर पर बना के उन्होंने फड़िया जाता है, उन्होंने जलील किया जाता है, उन्होंने घर बार तो बाहर कढ़िया जाता है और उन्होंने पिछलियां नूं उन्हों का जिउना हराम किया जाता है। एक अत्याचार का नवा रूप है। मेरा ख्याल अत्याचार की व्याख्या असी अज तक पूरी सही नहीं कर सके। एक होर अत्याचार कि जेड़े लोग साडे ते अत्याचार करते हैं हर रोज, जिन्हां नाल उही कुछ हुंदा जो साडे नाल कीता जांदा है, पर जदों उन्हां नाल हुंदा है तद उन्हां नूं अत्याचार दिसदा है। जदों साडे नाल करदे आ तां उन्हां नूं अत्याचार नहीं लगदा। जानी किसी उच्ची जात की कुड़ी नाल बलात्कार हो जाए तो अत्याचार है। साडी पिंड की कुड़ी नाल पंचायत के सामने, लोगों के सामने दो पैसे के बंदे आ जिहड़े अगर वो बलात्कार करते हैं तो यह अत्याचार नहीं है। ये प्रशासन दी नज़रां च भी अत्याचार नहीं हुंदा। और साडे लोग आ जिहड़े दर दर धक्के खांदे रहिंदे आ और उन्हां दी थाणे च भी कोई परवाह नहीं करता। तो जदों कोई हंगामा करते हैं लोग तद उन्हां दी सुनी जाती है। और ये तो अगला अत्याचार की है
कि केस दर्ज होने तो बाद ना पुलिस, ना अदालत, ना वकालत उस केस नाल सही डील करते हैं। एक होर अत्याचार है। और एक मैं बड़ी उदाहरण देनी चाहना है कि स्कूल कॉलेज विच बहुत सारे अध्यापक है, चाहे वो किसी भी जमात दे है, किसी जात दे है, उन्हें ब्राह्मण भी शामिल है, ठाकर भी शामिल है, बणिया भी शामिल है, दूजिया जातों के लोग भी शामिल है। उन्होंने चों भावें 5% भावें 2% या 10% लोग ऐसे भी है ਜਿਹੜੇ हर बच्चे ਨੂੰ बराबर का सत्कार देंगे और प्यार करते हैं। जानी वो विद्या देंगे है तो वह बराबर की विद्या देंगे है और उन्होंने दिमाग च मंद भावना तक नहीं होंगी। और उन्होंने लोगों नाल सरकारी तंत्र भी ते निजी तंत्र भी वितकरा भी करता है और उन्होंने अपमान भी करता है। यह भी अत्याचार है। और इस तरह जिहड़े दबे कुचले लोग है, जदों ही जिंदगी च बहुत वधिया काम करते हैं, चाहे वो DC लगे होण, SSP लगे होण, चाहे थानेदार लगे होण, अध्यापक लगे होण, किते भी होण, वो जदों वधिया काम करते हैं तो विगड़िया होया समाज, ये विगड़िया होया तंत्र ਉਹਦੀ भी दुर्गति करता है। ये भी अत्याचार है। तो मैं थोनों थोड़े ਜਿਹੇ उदाहरण दे के, नेता भी बहुत है इस तरह के, जानी तुसी किते ना किते यह ਜਿਹੇ नेता वेखोगे। जिवें मैं एक मुख मंत्री नूं वेख रहा सी, भारत का ही एक मुख मंत्री है सूबे का, जिहदी अपनी तनख्वाह च रोटी चलती है और वो बंदा खद्दर दे कपड़े पा के अपनी जिम्मेवारी निभाता है। और एक दलित MLA ऐसा वेख्या मैं, जिहड़ा अपने घर जाता है, पशुओं नूं पट्ठे पाउंदा है, उस तरह ही गोहा कूड़ा चुकता है, पट्ठे वढ़ के लियाउंदा है, छपरी च रहिंदा है। कदर तो उसदी भी कोई नहीं, ना उस मुख मंत्री की कदर है। उन्हों की कदर किते बिना इस देश का समाज, जदों अरबां खरबां रुपए खाण वाले CM, पार्लीमेंट के लोग, मंत्री, प्रशासन के बड़े बड़े लोग, जदों उन्हों की कदर करते हैं, उन्होंने गुग्गे गाउंदे है, उन्होंने गीत गाउंदे है और उन्होंने पूछ फड़ के दौड़ते हैं, ये भी एक अत्याचार है। असीं अपनी अखां नाल वेखदे हैं सब कुछ। ऐसे सूबे है इन्हां सरकारां दे, जिन्हां ने 5-5 साल, 10-10 साल, 15-15 साल लोकां दी दौलत सब्बर कत्तियां नाल हूंज के अपने कोठे भरे, और समाज ने उन्हां दी वाह वाह की, उन्हां दे गीत गाए, उन्हां दी ढोलकियां कुट्टियां। जानी लोग इस हद तक गिर जाते हैं, मैं कोई होर शब्द नहीं वरतना चाहता, पर तुम समझ जाओगे मैं की कहना चाहना है। यह भी एक अत्याचार है। ये समाज ते देश नाल अत्याचार है। और जदों तक असी इन्हां अत्याचारां नूं समझदे नहीं, मनदे नहीं और इन्हां दा दर्द महसूस नहीं करते, असी आज़ादी प्राप्त नहीं कर सकते। यही कारण है कि देश के दलित बहुजन ते दुनिया भर के अत्याचार हो गए, नहीं बदलिया समाज। और जिन्हां ते अत्याचार हुंदे आ वो भी किते किते पीड़ा महसूस करते हैं, नहीं तो जानवरों की तरह जिंदगी जिउंदे आ।
ਭੁੱਖੇ ਨੰਗੇ ਸਭ ਜ਼ਿੰਦਗੀ ਜਿਉਂਦੇ ਆ, ਜਿਨ੍ਹਾਂ ਕੋਲ ਕੋਈ ਘਰ ਨਹੀਂ ਹੈ, ਜਿਹੜੇ ਪਈਆਂ ਹੋਈਆਂ ਪਾਈਪਾਂ ਜਿਹੜੀਆਂ ਸਰਕਾਰੀ ਉਹਨਾਂ ਦੇ ਵਿੱਚ ਬੈਠੇ ਆ। ਮੈਂ ਇੱਕ ਦਿਨ ਦਿੱਲੀ 83 ਦੇ ਵਿੱਚ ਜਦੋਂ ਮੈਂ 100 ਸਾਈਕਲ ਲੈ ਕੇ ਕਾਸ਼ੀ ਰਾਮ ਜੀ ਦੀ ਅਗਵਾਈ 'ਚ ਮੁਕਤਸਰ ਤੋਂ 100 ਸਾਈਕਲ ਲੈ ਕੇ ਮੈਂ ਸ਼ਾਇਦ ਇਹ ਦਿੱਲੀ ਦਾ ਉਰਲਾ ਇਲਾਕਾ ਹੈ ਜਿੱਧਰੋਂ ਅਸੀਂ ਦਾਖਲ ਹੁੰਦੇ ਹਾਂ, ਉੱਥੇ ਸਾਨੂੰ ਸਾਰਿਆਂ ਨੂੰ ਇੱਕ ਬਸਤੀ 'ਚ ਲਿਜਾਇਆ ਗਿਆ ਜਿੱਥੇ ਦਲਿਤ ਬਸਤੀ ਸੀ। ਤਾਂ ਮੈਂ ਕੀ ਵੇਖਿਆ ਕਿ ਉਹਦੇ ਵਿਚਕਾਰ ਇੱਕ ਖਾਲਾ ਵਗਦਾ ਪੱਕਾ, ਔਰ ਉਹ ਖਾਲਾ 4 ਫੁੱਟ ਚੌੜਾ ਹੈ, 5 ਫੁੱਟ ਚੌੜਾ ਵੱਧ ਤੋਂ ਵੱਧ, ਔਰ ਉਹਦੇ ਆਲੇ ਦੁਆਲੇ 3-3 4-4 ਫੁੱਟ ਜਗ੍ਹਾ ਹੈ, ਔਰ ਉਹਦੇ ਉੱਤੇ ਫਿਰ ਛੋਟੇ ਛੋਟੇ ਝੌਂਪੜੀਆਂ ਵਰਗੇ ਘਰ ਹੈ ਜਿੱਥੇ ਸਾਡੇ ਲੋਕ ਰਹਿੰਦੇ ਆ। ਤੇ ਦਿੱਲੀ ਦਾ ਸਾਰਾ ਗੰਦ ਹੱਗਿਆ ਮੂਤਿਆ ਉਸ ਨਾਲੇ 'ਚ ਵਗਦਾ ਸਾਡੇ ਲੋਕਾਂ ਦੇ ਮੂਹਰੋਂ ਲੰਘਦਾ ਹੈ, ਤੇ ਸਾਡੇ ਲੋਕ ਮਜ਼ੇ ਨਾਲ ਬੈਠੇ ਉੱਤੇ ਤਾਸ਼ ਕੁੱਟਦੇ ਆ, ਹੁੱਕੀਆਂ ਪੀਂਦੇ ਆ। ਇਹ ਸਮਾਜ ਤੇ ਅਤਿਆਚਾਰ ਹੈ ਇੱਕ, ਇਹ ਆਪਣੇ ਆਪ ਤੇ ਵੀ ਅਤਿਆਚਾਰ ਹੈ ਇੱਕ। ਤੁਸੀਂ ਕਿਸ ਕਿਸ ਅਤਿਆਚਾਰ ਦੀ ਗੱਲ ਸੁਣਨੀ ਚਾਹੁੰਦੇ ਹੋ? ਅਗਰ ਮੈਂ ਅਤਿਆਚਾਰਾਂ ਦੀ ਵਿਆਖਿਆ ਕਰਨ ਲੱਗਾ ਤਾਂ ਮੈਂ ਪੂਰੀ ਰਾਤ ਬੋਲਦਾ ਰਹਾਂਗਾ, ਪਰ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਹੈ ਕਿ ਜਦੋਂ ਅਸੀਂ ਉੱਠੇ ਹਾਂ, ਜਦੋਂ ਅਸੀਂ ਚੱਲਣ ਲੱਗੇ ਹਾਂ, ਤਾਂ ਮੇਰੇ ਵੀਰੋ ਘੱਟੋ ਘੱਟ ਸਾਨੂੰ ਅਤਿਆਚਾਰਾਂ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਅਤਿਆਚਾਰਾਂ ਦਾ ਅਹਿਸਾਸ ਹੋਣਾ ਚਾਹੀਦਾ ਹੈ, ਔਰ ਅਤਿਆਚਾਰਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਆਖਰ ਅਤਿਆਚਾਰ ਹੁੰਦੇ ਕੀ ਹੈ। ਮੈਂ ਸਮਝਦਾ ਹਾਂ ਕਿ ਇਹ ਜਿਹੜੇ 25-30 ਲੱਖ ਸਾਧ ਹੈ ਔਰ 1 ਕਰੋੜ ਪੁਜਾਰੀ ਹੈ, ਕਥਾਕਾਰ, ਰਾਗੀ, ਢਾਡੀ, ਜੋ ਵੀ ਹੈ, ਜਿਨ੍ਹਾਂ ਨੇ ਸਾਨੂੰ ਧਰਤੀ ਨਾਲੋਂ ਤੋੜ ਕੇ ਮਰਨ ਮਗਰੋਂ ਸੁਰਗ ਨਾਲ ਜੋੜਿਆ ਹੈ, ਇਹ ਬਹੁਤ ਭਿਆਨਕ ਅਤਿਆਚਾਰ ਹੈ। ਇਸ ਅਤਿਆਚਾਰ ਦੀ ਸੀਮਾ ਹੀ ਕੋਈ ਨਹੀਂ। ਜਾਣੀ ਭਾਰਤ ਨਰਕ ਇਹਨਾਂ ਲੋਕਾਂ ਕਰਕੇ ਬਣਿਆ, ਔਰ ਅਸੀਂ ਨਰਕ 'ਚ ਜਿਉਂ ਰਹੇ ਹਾਂ, ਸਾਨੂੰ ਕੋਈ ਚਿੰਤਾ ਨਹੀਂ ਹੈ। ਅਸੀਂ ਆਪਣੇ ਆਪ ਨਾਲ ਅਤਿਆਚਾਰ ਕਰਦੇ ਹਾਂ, ਔਰ ਇਹ ਲੱਖਾਂ ਸਾਧ ਇਹ ਦੇਸ਼ ਦਾ ਕੱਖ ਨਹੀਂ ਸਵਾਰ ਸਕਦੇ। ਇਹਨਾਂ ਨੇ ਡੱਕਾ ਨਹੀਂ ਸਵਾਰਿਆ ਕਦੇ ਦੇਸ਼ ਦਾ। ਇਹ ਜਦੋਂ ਸਵਾਰ ਨਿਕਲਦੇ ਆ ਨਾ, ਇਹ ਸਿਰਫ ਆਪਣਾ ਨਾਂ ਚਮਕਾਉਣ ਵਾਸਤੇ ਕਰਦੇ ਆ। ਵੈਸੇ ਮਾਇਆਧਾਰੀ ਸੱਪ ਹੈ, ਕੁੰਡਲੀ ਮਾਰ ਕੇ ਬੈਠਦੇ ਉੱਤੇ, ਔਰ ਫਿਰ ਉਹਦੇ ਚੋਂ ਦਿਖਾਉਣ ਵਾਸਤੇ ਲੋਕਾਂ ਦਾ ਧਨ ਲੋਕਾਂ ਤੇ ਲਾ ਕੇ ਦੱਸਣ ਦੀ ਕੋਸ਼ਿਸ਼ ਕਰਦੇ ਆ, ਪਰ ਉਹਦੇ ਨਾਲੋਂ ਕਿ ਉਹ ਧਨ ਲੋਕਾਂ ਵਾਸਤੇ ਲਾ ਕੇ ਜਦੋਂ ਉਹ ਸੁਰਗ ਨਾਲ ਨਰੜ ਦਿੰਦੇ ਆ ਬੰਦੇ ਨੂੰ, ਜਦੋਂ ਇੱਕ ਕਲਪਤ ਚੀਜ਼ ਨਾਲ ਨਰੜ ਦਿੰਦੇ ਆ, ਇਹ ਬਹੁਤ ਵੱਡਾ ਅਤਿਆਚਾਰ ਹੈ ਜਿਹੜਾ ਗੁਲਾਮੀ ਚੋਂ ਨਿਕਲਣ ਨਹੀਂ ਦਿੰਦਾ। ਮਾਨਸਿਕ ਗੁਲਾਮੀ ਐਡੀ ਭਿਆਨਕ ਹੈ ਜਿਹੜੀ ਇਹਨਾਂ ਲੋਕਾਂ ਨੇ ਸਾਡੇ 'ਚ ਪੈਦਾ ਕੀਤੀ ਆ। ਸੋ ਵੀਰੋ, ਅਸੀਂ 26 ਤਾਰੀਖ ਨੂੰ ਇਹਨਾਂ ਅਤਿਆਚਾਰਾਂ ਵਿਰੁੱਧ, ਜਿਹੜੇ ਦਿਸਦੇ ਵੀ ਹੈ ਨਹੀਂ ਵੀ ਦਿਸਦੇ, ਉਹਨਾਂ ਨੂੰ ਜਾਣਿਆ ਜਾਂਦਾ ਹੈ, ਉਹਨਾਂ ਦੇ ਵਿਰੁੱਧ ਅਸੀਂ ਆਵਾਜ਼ ਉਠਾਉਣ, ਚੀਕਾਂ ਮਾਰਨ ਚੱਲਾਂਗੇ। ਤੇ ਮੈਂ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਕਿ ਮੇਰੇ ਵੀਰੋ, ਤੁਹਾਨੂੰ ਆਪਣੀ ਜ਼ਿੰਦਗੀ ਦੀ ਆਜ਼ਾਦੀ ਵਾਸਤੇ, ਮੁਕਤੀ ਵਾਸਤੇ ਬਹਾਨੇ ਨਹੀਂ ਲੱਭਣੇ ਚਾਹੀਦੇ। ਮੈਂ ਜਾਣਦਾ ਕਿ ਜਿਹੜੇ ਤੁਹਾਨੂੰ 7 ਦਿਨ ਪਹਿਲਾਂ ਹਿੱਕ ਥਾਪੜ ਕੇ ਕਹਿੰਦੇ ਆ ਲੋਕ ਕਿ ਨਾਲ ਚੱਲਾਂਗੇ, ਨਾਲ ਤੁਰਾਂਗੇ, ਨਾਲ ਨਿਭਾਂਗੇ,
ਉਹ ਹੌਲੀ ਹੌਲੀ 2-4 ਦਿਨਾਂ ਬਾਅਦ ਬਹਾਨੇ ਭਾਲਣੇ ਸ਼ੁਰੂ ਕਰ ਦਿੰਦੇ ਆ, ਔਰ ਬਹਾਨਾ ਬਣਾ ਕੇ ਉਹ ਜਿਸ ਜ਼ਿੰਦਗੀ 'ਚ ਵੜੇ ਹੋਏ ਆ ਉਹ ਜਿਉਂਦੇ ਰਹਿੰਦੇ ਆ। ਕੁਝ ਗੱਲਾਂ ਸੱਚਮੁੱਚ ਬਹੁਤ ਜਿਨ੍ਹਾਂ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ ਉਹ ਹੁੰਦੀਆਂ, ਪਰ ਬਹੁਤੀਆਂ ਅਸੀਂ ਬਹਾਨੇ ਬਣਾ ਕੇ ਕਰਦੇ ਹਾਂ। ਸੋ ਮੇਰੇ ਵੀਰੋ, ਇਸ ਜ਼ਿੰਦਗੀ ਦੀ, ਇਸ ਆਜ਼ਾਦੀ ਦੀ, ਇਸ ਬਰਾਬਰੀ ਦੀ, ਇਸ ਅਤਿਆਚਾਰ ਖਿਲਾਫ ਜਿਹੜੀ ਲੜਾਈ ਜਾਂ ਅਸੀਂ ਮਾਨਸਿਕਤਾ ਨਵੀਂ ਪੈਦਾ ਕਰਨ ਵਾਸਤੇ ਖੜੇ ਹੋ ਰਹੇ ਹਾਂ, ਮੈਂ ਬੇਨਤੀ ਕਰੂੰਗਾ ਕਿ ਇਹਦੇ ਵਾਸਤੇ ਬਹਾਨੇ ਨਾ ਬਣਾਇਓ। ਇਹ ਬਹਾਨੇ ਸਾਨੂੰ ਲੈ ਡੁੱਬਣਗੇ। ਔਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਸਾਰੇ ਸੰਪਰਕ 'ਚ ਰਹੋ। ਔਰ ਮੈਂ ਹੁਣੇ ਬੇਨਤੀ ਕਰਕੇ ਹਟਿਆ ਆਪਣੇ ਸਾਥੀਆਂ ਨੂੰ ਕਿ ਫਗਵਾੜਾ ਤੋਂ, ਸੁਧਾਰ ਤੋਂ, ਨਾਭੇ ਤੋਂ, ਬਰਨਾਲਾ ਤੋਂ, ਫਿਰੋਜ਼ਪੁਰ ਤੋਂ, ਮਾਨਸਾ ਤੋਂ ਜਿਹੜੇ ਸਾਥੀ ਮੈਂ ਉਮੀਦ ਕੀਤੇ ਆ ਉਹ ਸਵੇਰੇ 10 ਤੋਂ 11 ਵਜੇ ਤੱਕ ਬੁੱਧ ਵਿਹਾਰ ਕੋਟਕਪੂਰਾ ਪਹੁੰਚ ਕੇ ਆਪਣੇ ਇਸ਼ਤਿਹਾਰ ਲੈ ਜਾਣ, ਔਰ ਫਿਰ ਬਾਕੀ ਜਿਹੜੇ ਬੰਡਲ ਉਹਨਾਂ ਨੂੰ ਮਿਲਣਗੇ ਉਹ ਬੰਡਲ ਸਾਰੇ ਦੇ ਸਾਰੇ ਬਾਕੀ ਥਾਵਾਂ 'ਤੇ ਵੰਡ ਦੇਣਗੇ। ਤਾਂ ਮੈਂ ਇਹ ਬੇਨਤੀ ਕਰਦਾ ਹੋਇਆ ਅੱਜ ਦੀ ਇਹ ਗੱਲ ਸਮਾਪਤ ਕਰਦਾ ਹੈ, ਔਰ ਤੁਹਾਡੇ ਤੋਂ ਉਮੀਦ ਕਰਦਾ ਹੈ ਕਿ ਤੁਸੀਂ 26 ਤਰੀਕ ਤੱਕ ਆਪਣੇ ਆਪ ਨੂੰ ਪੂਰਾ ਤਿਆਰ ਕਰਕੇ ਰੱਖੋਗੇ। ਔਰ ਇਕੱਲਾ 26 ਸਾਡੇ ਵਾਸਤੇ ਆਖਰੀ ਦਿਨ ਨਹੀਂ ਹੈ, ਪੂਰਾ ਜੀਵਨ ਸਾਡਾ ਇਸ ਮੁਕਤੀ ਦੀ ਆਜ਼ਾਦੀ ਵਾਸਤੇ ਹੋਣਾ ਚਾਹੀਦਾ ਹੈ। ਜੈ ਭੀਮ, ਜੈ ਭਾਰਤ, ਨਮੋ ਬੁੱਧਾ।